अस्सलाम वालेकुम व्यूअर, कैसे हैं आप? उम्मीद है सब खैरियत से होंगे। कई ससुराल वाले इदां दे हुंदे कि जिन्हां दी बहू ना बोलदी होए, सामने ना गल करदी होए जां घट गल करदी होए, किसे मसले मसैल ते ना बोले, उन्हें अपने सौहरे छड्डे हुंदे भई अपने मसले आपे वेखण, बहुते झंझटां च पईए ते सिर पीड़िया। ते ओह् सौहरे वाले कहण लग पैंदे मीसणी आ अंदर वड़ के अपने खसम नूं पढ़ाउंदी है ते ओह् इहदियां उंगलां ते नच्चदा। बाहर निकले ते ओह् कुछ होर कहंदा, एह् कुछ होर कहंदी है। साले सामने नहीं गल करदी, खसम नूं कहंदी जो कहना। ठीक है भी ओह् ते सारे सामने ना बदतमीजी करदी, ना वध बोलदी है, मुनासब जी रहिंदी। भी बंदा जिद्दां दा है उहनूं उदां दा ही रहण दो, काहदे लई उहनूं छेड़ना। चुप कीते नूं असीं बुलाउने आ ते घड़ी मुड़ी बुलाउने आ कि भी बोले, साडे नाल गल करे, साडे नाल थोड़ा फ्री होवे। ਜਦੋਂ ਜਰਾ ਕ ਫਰੀ ਹੋਣ ਲੱਗਣਾ ਵਾ ਤੇ ਨਾਲ ਹੀ ਲਾਮੇ ਤਾਨੇ ਫਜ਼ੂਲ ਗੱਲਾਂ ਬਦਗੁਮਾਨੀਆਂ ਫਿਰ ਅਸੀਂ ਆਪਣੇ ਦਿਲਾਂ 'ਚ ਰੱਖ ਲੈਂਦੇ। ਤੇ ਜਿਹੜੀ ਬੋਲਦੀ ਹੈ ਨਾ ਸਾਹਮਣੇ ਬੋਲ ਪੈਂਦੀ ਹੈ ਨਹੀਂ ਅਸੀਂ ਆਹ ਤਾਂ ਕਾਲੀ ਜ਼ਬਾਨ ਵਾਲੀ ਕਿੱਥੋਂ ਲੈਂਦੀ ਹੈ। ਸਾਡਾ ਤਾਂ ਪੁੱਤ ਇੱਦਾਂ ਦਾ ਹੈ ਹੀ ਨਹੀਂ ਸੀਗਾ, ਸਾਡਾ ਪੁੱਤ ਤੇ ਅੰਨਾ ਹੁਣ ਅੱਗੋਂ ਬੋਲਦਾ ਹੀ ਨਹੀਂਗਾ, ਗੂੰਗਾ ਹੋ ਕੇ ਚੁੱਪ ਕਰਕੇ ਬਹਿ ਰਹਿੰਦਾ। ਭਾਈ ਦੁਨੀਆ ਕਿਸੇ ਪਾਸੇ ਵੀ ਨਹੀਂ ਰਾਜੀ। मेरे ख्याल से तो बेहतर यो ही आ कि जेड़ा बंदा जिन्ना तुहाडे तो आसलाम रखे, अल्लाह दी कसम उन्नी की रखो। वध रखोगे जलील हो जाना, होर कुछ नहीं होना। उम्मीदां असीं एक दूसरे तो ज़्यादा ला लैन्ने आं। इक नौ जे साडी बोलदी ना होवे ते असीं दूसरी लैन जानी होवे ते असीं जा के वेखदे आं कि भाई जेह्ड़ी आ ना पहिली ते साडी बोलदी गूंदी नहीं गी, ਤੇ ਦੂਜੀ ਚਲੋ ਕੋਈ ਬੋਲਣ ਕੂਣ ਵਾਲੀ ਹੋਏਗੀ, ਸਾਡੇ ਲਾਗੇ ਲਾਗੇ ਰਹਿਣ ਵਾਲੀ ਹੋਏਗੀ, ਸਾਨੂੰ ਉੱਦਾਂ ਦੀ ਚਾਹੀਦੀ ਆ। ਸਾਨੂੰ ਮੀਸਣੀ ਨਹੀਂ ਚਾਹੀਦੀ, ਗੱਲਬਾਤ ਕਰਨ ਵਾਲੀ ਚਾਹੀਦੀ। ਫਿਰ ਅਸੀਂ ਇਹ ਵੀ ਐਕਸੈਪਟ ਨਹੀਂ ਕਰਦੇ ਕਿ ਜੇ ਸਾਡੇ ਮਿਜ਼ਾਜ ਮੁਤਾਬਕ ਉਹ ਗੱਲਬਾਤ ਕਰਨ ਰਹੀ ਆ ਜਾਂ ਸਾਡੇ ਨਾਲ ਆ ਤਾਂ ਸਾਡੇ ਬੱਚੇ ਵੀ ਤਾਂ ਇੱਦਾਂ ਹੀ ਆ ਨਾ। ਜੇ ਗੱਲ ਕੋਈ ਹੋ ਗਈ ਮਾੜੀ ਚੰਗੀ ਤਾਂ ਫਿਰ ਕੀ ਹੋਇਆ, ਅਸੀਂ ਬਰਦਾਸ਼ਤ ਕਰੀਏ। ਬੱਚਾ ਸਾਨੂੰ ਜਿਹੜਾ ਨਾ ਮਾਂ ਪਿਓ ਆਖੇ ਤੇ ਅਸੀਂ ਸੱਸ ਸਹੁਰੇ ਹਾਂ, ਸਾਡਾ ਅਦਬ ਕਰੇ, ਤਮੀਜ਼ ਕਰੇ, ਤਮੀਜ਼ ਦੇ ਦਾਇਰੇ 'ਚ ਰਵੇ। ਤੇ ਪਰ ਉਹ ਸਾਨੂੰ ਮਾਂ ਪਿਓ ਮੰਨੇ, ਅਸੀਂ ਕਿਸੇ ਨੂੰ ਨਹੀਂ ਮੰਨਣਾ। ਅਸੀਂ ਜਿਹੜਾ ਵਾ ਇਹੋ ਹੀ ਕਹਿਣਾ ਵੀ ਅਸੀਂ ਵੱਡੇ ਹਾਂ ਤੇ ਅਸੀਂ ਸੱਸ ਸਹੁਰਾ ਹਾਂ ਤੇ ਸਾਨੂੰ ਜੀ ਅੰਮੀ ਜੀ ਕਿਹਾ ਜਾਵੇ। ਪੁੱਤ ਧੀ ਅਸੀਂ ਨਹੀਂ ਬਣਾਉਣਾ, ਨਾ ਉਹਦੇ ਪਿਛਲਿਆਂ ਨੂੰ ਅਸੀਂ ਚੰਗਾ ਜਾਣਨਾ। ਤੇ ਫਿਰ ਕਿੱਦਾਂ ਘਰਾਂ ਵਿੱਚ ਗੁਜ਼ਾਰੇ ਹੋਣੇ। ਸਾਡੇ ਆਲੇ ਦੁਆਲੇ ਵੇਖੋ ਤੇ ਇੱਦਾਂ ਹੀ ਹੋਣ ਡਿਆ। ਜਿੰਨੇ ਵੀ ਘਰ ਵੇਖ ਲਓ, ਇਹ ਹਰ ਘਰ ਦੀ ਕੋਈ ਨਾ ਕੋਈ ਕਹਾਣੀ ਹੈ। ਜਿੰਨੀਆਂ ਬੁੜੀਆਂ ਨੂੰ ਟੱਕਰੋਗੇ ਓਨਾ ਹੀ ਸਬਕ ਆ, ਵੱਖਰਾ ਵੱਖਰਾ ਲੱਭੂ। ਜਿੰਨੇ ਆ ਬੰਦਿਆਂ ਦੇ ਵਿੱਚ ਬਹੁ ਓਨੀਆਂ ਗੱਲਾਂ ਬਹੁਤੀਆਂ ਦਾ ਪਤਾ ਲੱਗੂਗਾ, ਇਲਮ 'ਚ ਇਜ਼ਾਫਾ ਹੋਊਗਾ। ਬੰਦੇ ਨੂੰ ਇਹ ਚਾਹੀਦਾ ਕਿ ਜਿਹਦੇ ਨਾਲ ਨਹੀਂ ਨਿਭਦੀ ਖਾਮੋਸ਼ੀ ਦੇ ਨਾਲ ਵੱਖਰਾ ਕਰ ਦਿਓ ਉਹਨੂੰ, ਤਾਂ ਕਿ ਨਾ ਤਾਂ ਤੁਸੀਂ ਵੀ ਆਪਣੀ ਜਿਹੜੀ ਹੈ ਨਾ ਦਿਮਾਗੀ ਸਿਹਤ ਬਚਾ ਸਕੋ ਅਤੇ ਅਗਲੇ ਦੀ ਵੀ ਦਿਮਾਗੀ ਸਿਹਤ ਬਚ ਜੇ। ਹੋ ਸਕਦਾ ਸਾਡੇ 'ਚ ਵੀ ਕੋਈ ਕਮੀ ਪੇਸ਼ੀ ਹੋਵੇ ਅਤੇ ਅਸੀਂ ਉਹਨੂੰ ਐਵੇਂ ਗੱਲ ਨੂੰ ਲਾ ਸੁੱਟੀਏ, ਜਾਂ ਅਗਲਾ ਹੀ ਸੱਪ ਹੋਵੇ ਅਤੇ ਅਸੀਂ ਉਹਨੂੰ ਫੜ ਫੜ ਕੇ ਤਾਂ ਜ਼ਬਰਦਸਤੀ ਬੰਨ੍ਹ ਸੁੱਟੀਏ ਆਪਣੇ ਨਾਲ ਕਿ ਨਹੀਂ ਬਈ ਅਸੀਂ ਇਕੱਠੇ ਹੀ ਰਹਿਣਾ, ਅਸੀਂ ਇਕੱਠੇ ਹੀ ਰਹਿਣਾ। ਹਰ ਘਰ 'ਚ ਇਹ ਰੌਲਾ ਭਈ ਅਸੀਂ ਇਕੱਠੇ ਹੀ ਰਹਿਣਾ, ਅਸੀਂ ਨਹੀਂ ਵੱਖਰੇ ਹੋਣ ਦੇਣਾ। ਅਸੀਂ ਬਿਠਾ ਬਿਠਾ ਕੇ ਆਪਣੇ ਜਵਾਨ ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਇਕੱਠੇ ਹੀ ਰਹੋ ਪੁੱਤ, ਇਹਦੇ 'ਚ ਹੀ ਫਾਇਦਾ, ਇਕੱਠੇ ਰਹੋ ਪੁੱਤ, ਇਹਦੇ 'ਚ ਫਾਇਦਾ। ਉਹ ਮਗਰੋਂ ਪਤਾ ਲੱਗਦਾ ਕਿ ਫਾਇਦਾ ਕਾਹਦੇ 'ਚ ਵਾ। ਜੇ ਫਾਇਦਾ ਕੋਈ ਹੈ ਤਾਂ ਇਹਨਾਂ ਦਾ ਵਾ, ਸਾਡਾ ਕੋਈ ਨਹੀਂ। ਸਾਡੀ ਤਾਂ ਸਿਹਤ ਜਾਣ ਡਈ ਆ, ਸਾਡਾ ਖਾਣਾ ਜਾਣ ਡਿਆ, ਸਾਨੂੰ ਕਿੰਨੇ ਕੰਪਰੋਮਾਈਜ਼ ਕਰਨੇ ਪੈਣ ਡਏ, ਸਾਡੇ ਬੱਚੇ ਖਰਾਬ ਹੋਣ ਡਏ ਆ, ਸਾਡੇ ਬੱਚੇ ਜਿਹੜੇ ਆ ਉਹ ਬਿਮਾਰ ਹੋਣ ਡਏ ਆ। ਸਾਡੀ ਕੋਈ ਕਦਰ ਨਹੀਂ ਗੀ, ਕੋਈ ਇੱਜ਼ਤ ਨਹੀਂ ਗੀ, ਨਾ ਸਾਡੇ ਅਗਲਿਆਂ ਦੀ ਨਾ ਸਾਡੇ ਪਿਛਲਿਆਂ ਦੀ। ਅਤੇ ਸਾਨੂੰ ਕਾਹਦਾ ਫਾਇਦਾ। ਤੋਇਲਾਂ ਤੋਂ ਇੱਕ ਵੱਖਰੀ ਆ, ਬਿਜਤੀ ਉਹ ਵੱਖਰੀ ਆ। ਇਹ ਸਾਰੀਆਂ ਗੱਲਾਂ ਸਾਨੂੰ ਸਮਝਣ ਵਾਸਤੇ ਇੱਕ ਉਮਰ ਚਾਹੀਦੀ ਹੈ। ਅਤੇ ਪਤਾ ਨਹੀਂ ਕਦੋਂ ਅਸੀਂ ਸੁਧਰਾਂਗੇ। ਬਾਹਰ ਦੇ ਮੁਲਕਾਂ 'ਚ ਤਾਂ ਇੱਦਾਂ ਨਾ ਬੱਚਾ ਵਿਆਹਿਆ ਚੁੱਪ ਕਰਕੇ ਵੱਖਰਾ ਕਰ ਦਿੰਦਾ, ਉਹ ਫੈਮਿਲੀ 'ਚ ਹੀ ਨਹੀਂ ਆਉਂਦਾ। ਫੈਮਿਲੀ 'ਚ ਬਸ ਇੱਕ ਬੀਵੀ ਆਉਂਦੀ, ਇੱਕ ਸ਼ੌਹਰ ਆਉਂਦਾ ਅਤੇ ਉਹਦੇ ਛੋਟੇ ਬੱਚੇ ਹੁੰਦੇ।
ਜਾਂ ਵੱਡੇ ਬੱਚੇ ਜਿਹੜੇ ਜੌਬ ਨਹੀਂ ਕਰਦੇ ਜਾਂ ਜਿਨ੍ਹਾਂ ਦੀ ਸ਼ਾਦੀ ਨਹੀਂ ਹੋਈ ਉਹ ਅਲੱਗ ਨਹੀਂ ਹੋ ਸਕਦੇ। ਜਿੰਨੀ ਦੇਰ ਤੱਕ ਉਹ ਅਲੱਗ ਨਹੀਂ ਹੋ ਸਕਦੇ, ਸ਼ਾਦੀ ਜਿਵੇਂ ਹੋਈ ਉਹਨਾਂ ਨੂੰ ਅਲੱਗ ਫੈਮਿਲੀ ਤਸੱਵਰ ਕੀਤਾ ਜਾਏਗਾ ਅਤੇ ਵੱਖਰਿਆਂ ਕਰ ਦਿੰਦੇ। ਇੱਥੇ ਸਿਸਟਮ ਹੀ ਸਾਰਾ ਪੁੱਠਾ ਵਾ ਅਤੇ ਉਹ ਫਿਰ ਨਿਰੀ ਦਲਾਲ ਕੁੱਤਿਆਂ ਤੋਂ ਸਿਵਾ ਹੋਰ ਗੱਲ ਹੀ ਕੋਈ ਨਹੀਂ ਗੀ। ਇਕੱਠਿਆਂ ਰਹਿਣਾ ਅਤੇ ਕੁੱਤਿਆਂ। ਹਾਂ, ਇੱਕ 2 4 5 ਫੈਮਲੀਆਂ ਕੋਈ ਬੜੀਆਂ ਅੱਛੀਆਂ ਸਾਡੇ ਤਜਰਬੇ 'ਚ ਆਈਆਂ, ਮੇਰੇ ਆਪਣੇ ذاتی ਤਜਰਬੇ 'ਚ। ਉਹ ਆਟੇ 'ਚ ਨਮਕ ਬਰਾਬਰ ਨੇ। ਗਿਲੇ ਸ਼ਿਕਵੇ ਉਹਨਾਂ ਨੂੰ ਵੀ ਹੋਣਗੇ ਇੱਕ ਦੂਸਰੇ ਨਾਲ, ਲੇਕਿਨ ਉਹ ਨਾਲ ਸਫਾਈ ਕਰਦੇ ਰਹਿੰਦੇ ਆ ਆਪਣੇ ਦਿਲ ਦੀ, ਗੁੱਸੇ ਗਿਲੇ ਮਿਟਾਉਂਦੇ ਰਹਿੰਦੇ ਚੱਲਦੇ ਰਹਿੰਦੇ। ਬਿਹਤਰ ਆ ਕੇ ਬੰਦਾ ਥੱਕ ਤਾਂ ਜਾਂਦਾ ਹੀ ਆ। ਕਿੰਨੀ ਕੁ ਦੇਰ ਤੱਕ ਤੁਸੀਂ ਸਭ ਕੁਛ ਕਰ ਸਕਦੇ ਜੇ। ਆਪਣੀ ਵੀ ਜ਼ਿੰਦਗੀ ਆਸਾਨ ਰੱਖਣੀ ਚਾਹੀਦੀ ਅਗਲੇ ਦੀ। ਆਪਣਾ ਖਿਆਲ ਰੱਖਿਓ ਅਤੇ ਫਿਰ ਆਪਣਾ ਖਿਆਲ ਰੱਖਿਓ, ਆਪਣੇ ਨਾਲਦਿਆਂ ਦਾ ਵੀ ਖਿਆਲ ਰੱਖਿਓ। ਅੱਲਾ ਹਾਫਿਜ਼।